ਕੀ ਗੱਲ ਹੋਈ ਜੀ? ਮੋਰਚੇ ਸੰਯੁਕਤ ਕਿਸਾਨ ਮੋਰਚੇ ਤੋਂ ਸਸਪੈਂਸ਼ਨ ਹੁੰਦੀ ਹੈ, ਸਸਪੈਂਡ ਹੁੰਦੇ ਹੋ? ਕਿਸੇ ਨੇ ਅਖਬਾਰ ਦੇ ਵਿੱਚ ਮੀਡੀਆ ਦੇ ਵਿੱਚ ਰਿਪੋਰਟ ਦਿੱਤੀ ਹੈ ਹਾਂਜੀ ਬਈ ਦੋ ਜਥੇਬੰਦੀਆਂ ਦੇ ਪ੍ਰਧਾਨਾਂ ਨੂੰ ਰਿਪਬਲਿਕ ਡੇ ਵਾਲੀਆਂ ਪਰੇਡ ਦੇ ਨਾਲ ਜੋੜ ਕੇ ਉਹਦੀ ਵਾਇਓਲੇਸ਼ਨ ਨਾਲ ਜੋੜ ਕੇ ਸਸਪੈਂਡ ਕਰਤਾ ਸੰਯੁਕਤ ਕਿਸਾਨ ਮੋਰਚੇ ਨੇ। ਹਾਂਜੀ ਇਹ ਇਨਫੋਰਮੇਸ਼ਨ ਹੀ ਗਲਤ ਹੈ। ਉੱਥੇ ਜ਼ੋਰ ਨਾ ਰੱਖਿਆ ਵੀ ਜਿਹੜਾ ਤੁਸੀਂ ਇਹ ਕਹਿਤਾ ਵੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਦੇ ਵਿੱਚ ਇਹਨਾਂ ਨੂੰ ਸਸਪੈਂਡ ਕੀਤਾ, ਦੱਸੋ ਕਿਹੜੀ ਮੀਟਿੰਗ 'ਚ ਕੀਤਾ ਤੇ ਕਿਹੜੇ ਬੰਦੇ ਨੇ ਖਬਰ ਲਵਾਈ ਹੈ, ਉਹਦਾ ਜਵਾਬ ਦਿਓ। ਇਹ ਉੱਥੇ ਉਹਨਾਂ ਨੂੰ ਤੇ ਸਾਰੇ ਚੁੱਪ ਕਰ ਗਏ, ਕੋਈ ਉੱਥੇ ਬੋਲਿਆ ਨਹੀਂ। ਜੇਕਰ ਸ਼ੱਕ ਦੇ ਆਧਾਰ ਤੇ ਇੱਥੇ ਸਸਪੈਂਸ਼ਨਾਂ ਹੋਣ ਲੱਗ ਗਈਆਂ ਨੇ, ਸਸਪੈਂਡ ਕਰਨ ਲੱਗ ਗਏ, ਤਾਂ ਜਦੋਂ ਅਸੀਂ ਕਿਸੇ ਜਥੇਬੰਦੀ ਨੂੰ ਸਵਾਲ ਕਰ ਦਿੰਦੇ ਹਾਂ ਜੀ ਬਈ ਦੇਖੋ ਜੀ ਇਸ ਤਰ੍ਹਾਂ ਕਰਕੇ ਚਰਚਾ ਛਿੜ ਗਈ ਹੈ ਜੀ, ਫਿਰ ਉਹ ਕਹਿੰਦੇ ਜੀ ਤੁਸੀਂ ਇਹ ਸਵਾਲ ਨਾ ਕਰੋ, ਕਿਸੇ ਤਰ੍ਹਾਂ ਦਾ ਸ਼ੱਕ ਨਾ ਕਰੋ, ਜਥੇਬੰਦੀਆਂ ਬਹੁਤ ਸੂਝਵਾਨ ਦੇ ਨਾਲ ਚੱਲ ਰਹੀਆਂ ਨੇ, ਤੇ ਜਥੇਬੰਦੀਆਂ ਤਾਂ ਆਪਣੇ ਬੰਦਿਆਂ ਦੇ ਉੱਤੇ ਸ਼ੱਕ ਕਰਕੇ ਕੱਢ ਰਹੀਆਂ ਨੇ ਜੀ। ਪਰ ਉਹ ਕਿਉਂਕਿ ਸਾਡੇ ਨਾਲ ਜੈਲਸੀ ਹੈ, ਜੈਲਸੀ ਕਰਕੇ ਈਰਖਾ ਕਰਕੇ ਉਹਦੀ ਵੀ ਫੈਸਲੇ ਦੀ ਵੀ ਉਲੰਘਣਾ ਕੀਤੀ ਗਈ ਆ ਵੀ ਉਹ ਉਹਨੂੰ ਮੂੰਹ ਜ਼ਬਾਨੀ ਵਾਇਰਲ ਨਹੀਂ ਕੀਤਾ, ਬਕਾਇਦਾ ਉਹਦਾ ਅਖਬਾਰਾਂ ਦੇ ਵਿੱਚ ਵੀ ਉਹ ਛਪਵਾਤਾ। ਪੰਜਾਬੀ ਟ੍ਰਿਬਿਊਨ ਦੇ 29 ਤਰੀਕ ਦੇ ਅਖਬਾਰ ਦੇ 7 ਤਰੀਕ ਦੇ ਅਖਬਾਰ ਦੇ ਵਿੱਚ ਲੱਗੀ ਆ ਇੱਥੋਂ ਦਿੱਲੀ ਤੋਂ ਬਈ ਸੰਯੁਕਤ ਕਿਸਾਨ ਮੋਰਚੇ ਨੇ ਸਖਤੀ ਨਾਲ ਕਦਮ ਚੁੱਕਦੇ ਹੋਏ ਦੋ ਕਿਸਾਨ ਆਗੂਆਂ ਨੂੰ ਸੰਯੁਕਤ ਕਿਸਾਨ ਮੋਰਚੇ ਤੋਂ ਸਸਪੈਂਡ ਕਰਤਾ। ਜਿੱਥੋਂ ਤੱਕ ਉਹ ਕਹਿੰਦੇ ਆ ਵੀ ਅੰਦੋਲਨ ਜੀਵੀ ਬਣ ਇਹ ਜਿਹੜੇ ਕਿਸਾਨ ਹੈ ਜਾਂ ਜਿਹੜੇ ਅੰਦੋਲਨ ਕਰਨ ਵਾਲੇ ਲੋਕ ਨੇ, ਅਗਵਾਈ ਕਰਨ ਵਾਲੇ ਅੰਦੋਲਨ ਜੀਵੀ ਹੈ। ਅਸੀਂ ਸਮਝਦੇ ਹਾਂ ਵੀ ਅੰਦੋਲਨ ਜੀਵੀ ਕਿਹਨੂੰ ਕਹਿੰਦੇ ਆ ਵੀ ਜਿਹੜਾ ਅੰਦੋਲਨਾਂ 'ਚ ਲੜਦਾ ਹੋਵੇ, ਇਨਕਲਾਬੀ ਆ, ਅੰਦੋਲਨ ਜੀਵੀ ਹੈ। ਇਹ ਅਸੀਂ ਕਹਿੰਦੇ ਵੀ ਜਿਹੜਾ ਲੋਕਾਂ ਦੇ ਹਿੱਤਾਂ ਦੀ ਖਾਤਰ, ਕੌਮ ਦੇ ਹਿੱਤਾਂ ਦੀ ਖਾਤਰ, ਦੇਸ਼ ਦੇ ਹਿੱਤਾਂ ਦੀ ਖਾਤਰ ਅੰਦੋਲਨ ਕਰਦਾ, ਜੇ ਉਹਨੂੰ ਅੰਦੋਲਨ ਜੀਵੀ ਕਹਿੰਦੇ ਆ ਤਾਂ ਅਸੀਂ ਸਮਝਦੇ ਹਾਂ ਵੀ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ। ਜਿਹੜੇ ਨੌਜਵਾਨ ਜੇਲ੍ਹਾਂ ਦੇ ਵਿੱਚ ਨੇ ਉਹਨਾਂ ਦੇ ਉੱਤੇ ਸਖਤੀ ਦੇ ਨਾਲ ਸਟੈਂਡ ਬਾਰ-ਬਾਰ ਕਿਉਂ ਨਹੀਂ ਕਿਹਾ ਜਾਂਦਾ ਜੀ? ਜਾਂ ਗੱਲ ਨਵਰੀਤ ਸਿੰਘ ਦੀ ਵੀ ਆਈ ਸੀ ਤਾਂ ਉਹਦੇ ਬਾਰੇ ਵੀ ਕੁਝ ਨਿਰਾਸ਼ਤਾ ਨੌਜਵਾਨਾਂ ਦੇ ਵਿੱਚ ਆਈ ਹੈ ਵੀ ਯਾਰ ਅਸੀਂ ਨੌਜਵਾਨ ਸ਼ਹੀਦ ਹੋ ਗਏ ਤੇ ਬੋਲ ਨਹੀਂ ਰਹੇ ਜੀ। ਕਿ ਉਹਨਾਂ ਨੂੰ ਰਿਹਾ ਕਰਾਉਣ ਦੀ ਖਾਤਰ ਪੂਰੇ ਜ਼ੋਰ ਨਾਲ ਉਹਨਾਂ ਦੀ ਲੀਗਲ ਲੜਾਈ ਲੜਾਂਗੇ। ਇਹ ਫੈਸਲਾ ਹੋ ਗਿਆ, ਇਸ ਕਰਕੇ ਇਸ ਫੈਸਲੇ 'ਚ ਲੱਖਾ ਸਧਾਣਾ, ਦੀਪ ਸਿੱਧੂ ਨਹੀਂ ਹੈਗੇ। ਦੇਖੋ ਜੀ ਉਹਦੇ ਵਿੱਚ ਕੋਈ ਐ ਨਾਂ ਲਿਆ ਹੀ ਨਹੀਂ ਕੋਈ। ਬਿਆਨ ਰਾਜੇਵਾਲ ਸਾਹਿਬ ਨੇ ਦਿੱਤਾ ਜਦੋਂ ਉਹਨਾਂ ਨੂੰ ਪੁੱਛਿਆ ਲੱਖੇ ਸਧਾਣੇ ਬਾਰੇ, ਉਹ ਕਹਿੰਦੇ ਉਹਦਾ ਸਰਕਾਰ ਦੇਖੇ ਕੀ ਕਰਨਾ। ਜੇ ਬਿਆਨ ਦਿੱਤਾ ਤਾਂ ਵੈਸੇ ਉਹਦਾ ਮੈਨੂੰ ਦਾ ਵਧੀਆ ਜਵਾਬ ਤਾਂ ਉਹੀ ਦੇ ਸਕਦੇ ਆ। ਇਸ ਮੌਕੇ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਹਾਜ਼ਰ ਨੇ, ਜਿਹੜੇ ਕਿ ਸੰਯੁਕਤ ਕਿਸਾਨ ਮੋਰਚੇ ਤੋਂ ਫਿਲਹਾਲ ਸਸਪੈਂਡ ਵੀ ਚੱਲ ਰਹੇ ਨੇ। ਬਹੁਤ ਸਾਰੀਆਂ ਗੱਲਾਂ ਜਦੋਂ ਕੋਈ ਅੰਦੋਲਨ ਹੁੰਦਾ ਹੈ ਤਾਂ ਹੋ ਜਾਂਦੀਆਂ ਨੇ, ਇਸ ਤਰ੍ਹਾਂ ਦੇ ਤਕਰਾਰ ਹੁੰਦੇ ਨੇ, ਪਰ ਫੂਲ ਸਾਹਿਬ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿਉਂਕਿ ਉਸ ਦੇ ਬਾਵਜੂਦ ਵੀ ਡਟੇ ਹੋਏ ਨੇ। ਜਥੇਬੰਦੀ ਨੂੰ ਤੇ ਜਥੇਬੰਦੀ ਦੇ ਹੋਰ ਜਿਹੜੇ ਨੁਮਾਇੰਦੇ ਹੈਗੇ ਨੇ, ਮੈਂਬਰ ਹੈਗੇ ਨੇ, ਇਹਨਾਂ ਦੇ ਨਾਲ ਜਿਹੜੇ ਲੋਕ ਆਏ ਹੋਏ ਨੇ ਉਹਨਾਂ ਨੂੰ ਲਗਾਤਾਰ ਲਾਮਬੰਦ ਵੀ ਕਰ ਰਹੇ ਨੇ। ਫੂਲ ਸਾਹਿਬ ਠੀਕ ਹੋ? ਚੜ੍ਹਦੀ ਕਲਾ 'ਚੋਂ? ਚੜ੍ਹਦੀ ਕਲਾ ਜੀ, ਮਿਹਰਬਾਨੀ ਤੁਹਾਡੀ ਜੀ। ਕੀ ਗੱਲ ਹੋਈ ਜੀ? ਮੋਰਚੇ ਸੰਯੁਕਤ ਕਿਸਾਨ ਮੋਰਚੇ ਤੋਂ ਸਸਪੈਂਸ਼ਨ ਹੁੰਦੀ ਹੈ, ਸਸਪੈਂਡ ਹੁੰਦੇ ਹੋ, ਉਹ ਕੀ ਕਾਰਨ ਹੈ ਇਹਦਾ? ਕੀ ਅਜਿਹੀ ਗੱਲਬਾਤ ਹੋ ਗਈ ਜੀ? ਦੇਖੋ ਜੀ, ਪਹਿਲੀ ਗੱਲ ਤਾਂ ਜਿਹੜੀ ਇਹ ਤੁਹਾਡੇ ਕੋਲੇ ਰਿਪੋਰਟ ਆਈ ਹੈ ਜਾਂ ਕਿਸੇ ਨੇ ਅਖਬਾਰ ਦੇ ਵਿੱਚ ਮੀਡੀਆ ਦੇ ਵਿੱਚ ਰਿਪੋਰਟ ਦਿੱਤੀ ਹੈ ਹਾਂਜੀ ਬਈ ਦੋ ਜਥੇਬੰਦੀਆਂ ਦੇ ਪ੍ਰਧਾਨਾਂ ਨੂੰ ਰਿਪਬਲਿਕ ਡੇ ਵਾਲੀਆਂ ਪਰੇਡ ਦੇ ਨਾਲ ਜੋੜ ਕੇ ਉਹਦੀ ਵਾਇਓਲੇਸ਼ਨ ਨਾਲ ਜੋੜ ਕੇ ਸਸਪੈਂਡ ਕਰਤਾ ਸੰਯੁਕਤ ਕਿਸਾਨ ਮੋਰਚੇ ਨੇ। ਇਹ ਇਨਫੋਰਮੇਸ਼ਨ ਹੀ ਗਲਤ ਹੈ। ਅੱਛਾ ਜੀ। ਕੋਈ ਸਾਨੂੰ ਸੰਯੁਕਤ ਕਿਸਾਨ ਮੋਰਚੇ ਦੀ 26 ਤੋਂ ਬਾਅਦ ਕਿਸੇ ਮੀਟਿੰਗ 'ਚ ਸਾਡਾ ਏਜੰਡਾ ਨਹੀਂ ਲੱਗਿਆ, ਕਿਸੇ ਮੀਟਿੰਗ 'ਚ ਕੋਈ ਸਾਡੇ ਵਿਰੁੱਧ ਕੋਈ ਫੈਸਲਾ ਨਹੀਂ ਹੋਇਆ ਜੀ। ਇਹ 100% ਹੀ ਸਮਝ ਲਓ ਵੀ ਝੂਠੀ ਇਨਫੋਰਮੇਸ਼ਨ ਹੈ ਵੀ ਸੰਯੁਕਤ ਕਿਸਾਨ ਮੋਰਚੇ ਨੇ ਸਾਨੂੰ ਸਸਪੈਂਡ ਕਰਤਾ। ਇਹਦੀ ਗਾਹਾਂ ਵੀ ਅਗਲੀ ਵੀ ਗੱਲ ਹੈ ਵੀ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਜਿਹੜੇ ਮੇਨ ਆਗੂ ਹੈ, ਜਿਹੜੇ ਹੁਣ ਪਿਛਲੇ ਦਿਨ ਜਿੱਦਾਂ 18 ਵਾਲਾ ਪ੍ਰੋਗਰਾਮ ਦਿੱਤਾ ਰੇਲ ਵਾਲਾ, ਉਸ ਦਿਨ ਜਿੱਦਾਂ ਮੀਟਿੰਗ ਹੋਈ ਹੈ, ਉਸ ਦਿਨ ਦੋ ਆਗੂਆਂ ਨੇ ਉੱਥੇ ਜ਼ੋਰ ਨਾ ਰੱਖਿਆ ਵੀ ਜਿਹੜਾ ਤੁਸੀਂ ਇਹ ਕਹਿਤਾ ਵੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਦੇ ਵਿੱਚ ਇਹਨਾਂ ਨੂੰ ਸਸਪੈਂਡ ਕੀਤਾ, ਦੱਸੋ ਕਿਹੜੀ ਮੀਟਿੰਗ 'ਚ ਕੀਤਾ ਤੇ ਕਿਹੜੇ ਬੰਦੇ ਨੇ ਖਬਰ ਲਵਾਈ ਹੈ, ਉਹਦਾ ਜਵਾਬ ਦਿਓ। ਇਹ ਉੱਥੇ ਉਹਨਾਂ ਨੂੰ ਤੇ ਸਾਰੇ ਚੁੱਪ ਕਰ ਗਏ, ਕੋਈ ਉੱਥੇ ਬੋਲਿਆ ਨਹੀਂ ਵੀ ਹਾਂ ਭਾਈ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ 'ਚ ਹੋਇਆ। ਇਸ ਕਰਕੇ ਇਹ ਤਾਂ ਖਬਰ ਜਿਹੜੀ ਹੈਗੀ ਹੈ ਝੂਠੀ ਹੈ। ਇਹ ਫਿਰ 32 ਕਿਸਾਨ ਜਥੇਬੰਦੀਆਂ ਨਾਲ ਹਾਂ, ਜਿਹੜਾ ਇਹ ਮਾਮਲਾ ਸੀਗਾ, ਇਹ ਜਿਹੜੀਆਂ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਵਿੱਚ ਮਾਮਲਾ ਆਇਆ ਸੀਗਾ ਜੀ। ਉੱਥੇ ਉਹ ਵੀ ਅਸੀਂ ਬੱਤੀਆਂ ਨੂੰ ਨਹੀਂ ਕਹਾਂਗੇ ਵੀ ਅਸੀਂ ਬੱਤੀਆਂ ਨੇ ਸਾਡੇ ਕਰਤਾ,
ਉੱਥੇ ਚੱਲ 3-4 ਜਥੇਬੰਦੀਆਂ ਹੈਗੀਆਂ ਨੇ ਜਿਨ੍ਹਾਂ ਨਾਲ ਸਾਡੀਆਂ ਪਿਛਲੇ ਸਮੇਂ 'ਚ ਪੰਜਾਬ ਦੇ ਵਿੱਚ ਵੀ ਅੱਡ-ਅੱਡ ਪੋਜੀਸ਼ਨਾਂ ਹੋਣ ਕਰਕੇ ਮੌਕਿਆਂ ਤੇ ਸਾਡਾ ਚੱਲ ਉਹਨਾਂ ਨਾਲ ਹੈਗਾ ਟਕਰਾਅ ਵਾਲਾ ਸਾਡਾ ਰਿਸ਼ਤਾ ਹੈਗਾ ਜੀ। ਉਹਨਾਂ ਨੇ ਹੀ ਜ਼ੋਰ ਲਾ ਕੇ ਬਹੁਤ ਸੰਮਤੀ ਬਣਾ ਕੇ ਮੀਟਿੰਗ ਦੇ ਵਿੱਚ ਇਹ ਇੱਕ ਤਰ੍ਹਾਂ ਦਾ ਫੈਸਲਾ ਪਿੱਛੇ ਮੀਟਿੰਗ ਕਰਕੇ ਫੈਸਲਾ ਕਰਕੇ ਸਾਨੂੰ ਦੱਸਿਆ 27 ਤਰੀਕ ਨੂੰ ਸਾਨੂੰ ਸੁਨੇਹਾ ਦਿੱਤਾ ਵੀ ਭਾਈ ਤੁਸੀਂ ਆਓ ਬੱਤੀਆਂ ਦੀ ਮੀਟਿੰਗ ਹੈ। ਜਦੋਂ ਅਸੀਂ ਗਏ ਆ ਤੇ ਉਦੋਂ ਤੱਕ ਉਹ ਪਹਿਲੇ ਉਹ ਕਰ ਚੁੱਕੇ ਸੀਗੇ ਰਾਏ ਤੇ ਉਹਨਾਂ ਨੇ ਸਾਨੂੰ ਬਲਵੀਰ ਸਿੰਘ ਰਾਜੇ ਵਾਲਾ ਪ੍ਰਧਾਨ ਸੀਗਾ ਉਹਨਾਂ ਨੇ ਚੱਲ ਕਹਿਤਾ ਵੀ ਭਾਈ ਤੁਸੀਂ 2 ਜਥੇਬੰਦੀਆਂ ਨੇ ਉਲੰਘਣਾ ਕੀਤੀ ਹੈ ਤੇ ਆਹ 26 ਜਨਵਰੀ ਦਾ ਜਿਹੜਾ ਤੈਅਸ਼ੁਦਾ ਰੂਟ ਸੀਗਾ ਤੁਸੀਂ ਉਹਦੀ ਉਲੰਘਣਾ ਕੀਤੀ ਹੈ ਇਸ ਕਰਕੇ ਤੁਹਾਨੂੰ ਸਸਪੈਂਡ ਕਰਕੇ ਤੇ ਤੁਹਾਡੇ ਤੇ ਬੈਨ ਲਾਇਆ ਜਾਂਦਾ ਵੀ ਤੁਸੀਂ ਸਟੇਜ ਤੇ ਨਹੀਂ ਬੋਲ ਸਕੋਗੇ ਤੇ ਚਲ ਅਸੀਂ ਕਿਹਾ ਵੀ ਠੀਕ ਹੈ ਤੁਸੀਂ ਫੈਸਲਾ ਕਰਨ ਤੋਂ ਪਹਿਲਾਂ ਜੇ ਸਾਡੇ ਖਿਲਾਫ ਕੋਈ ਦੋਸ਼ ਹੈਗਾ ਸਾਨੂੰ ਵੀ ਉਹ ਦੋਸ਼ ਸਾਡਾ ਸਾਨੂੰ ਉਹਦੇ ਬਾਰੇ ਬਿਆਨ ਦੇਣ ਦਾ ਤਾਂ ਸਾਨੂੰ ਹੱਕ ਹੀ ਹੈ ਵੀ ਇਹ ਨਹੀਂ ਅਸੀਂ ਕੋਈ ਉਲੰਘਣਾ ਕੀਤੀ ਤੇ ਤੁਹਾਨੂੰ ਜੇ ਕੋਈ ਰਿਪੋਰਟ ਮਿਲੀ ਹੈ ਉਹ ਗਲਤ ਹੈ ਉਹ ਕਹਿੰਦੇ ਵੀ ਨਹੀਂ ਕੋਈ ਅਸੀਂ ਫੈਸਲਾ ਹੋ ਗਿਆ ਤੁਸੀਂ ਜੇ ਆਪਦਾ ਪੱਖ ਰੱਖਣਾ ਤਾਂ ਤੁਸੀਂ ਆਹ 3 ਮੈਂਬਰੀ ਕਮੇਟੀ ਹੈ ਜਿਹੜੀ 32 ਕਿਸਾਨ ਜਥੇਬੰਦੀਆਂ ਵਿੱਚੋਂ ਹੀ ਜਿਨ੍ਹਾਂ ਦੇ ਵਿੱਚ ਆਪਣਾ ਹਰਮੀਤ ਸਿੰਘ ਕਾਦੀਆਂ ਸੀਗਾ ਅਮਰਜੀਤ ਸਿੰਘ ਰਾੜਾ ਸੀਗਾ ਤੇ ਹਰਜੀਤ ਰਵੀ ਹੈ ਵੀ 3 ਆਗੂਆਂ ਦੀ ਕਮੇਟੀ ਬਣਾਤੀ ਤੁਸੀਂ ਇਹਨਾਂ ਕੋਲੇ ਆਪਦੀ ਜਿਹੜੀ ਅਪੀਲ ਕਰ ਲਿਓ ਜੇ ਇਹਨਾਂ ਨੇ ਆਪਦੀ ਰਿਪੋਰਟ 'ਚ ਕਹਿਤਾ ਵੀ ਨਹੀਂ ਇਹਨਾਂ ਦਾ ਉਸ ਪੱਧਰ ਦਾ ਦੋਸ਼ ਸਸਪੈਂਡ ਵਾਲਾ ਤਾਂ ਵੀ ਫੇਰ ਉਹ ਆਪਾਂ ਇਹਨੂੰ ਵਾਪਸ ਲੈ ਲਾਂਗੇ ਇਸ ਕਰਕੇ ਸਾਨੂੰ ਫੈਸਲਾ ਸੁਣਾਈ ਗਿਆ ਤੇ ਉੱਥੇ ਕੋਈ ਮੀਟਿੰਗ ਦੇ ਵਿੱਚ ਬੱਤੀਆਂ ਦੀ ਮੀਟਿੰਗ ਦੇ ਵਿੱਚ ਵੀ ਇਹਦੇ ਤੇ ਕੋਈ ਡਿਸਕਸ਼ਨ ਜਾਂ ਉਹਦੇ ਤੇ ਕੋਈ ਚਰਚਾ ਜਾਂ ਉਹਦੇ ਤੇ ਕੋਈ ਸਬੂਤ ਲੈਣ ਦੀ ਕੋਈ ਲੋੜ ਨਹੀਂ ਸਮਝੀ ਗਈ ਉਸ ਤੋਂ ਬਾਅਦ ਅਸੀਂ ਠੀਕ ਹੈ ਅਸੀਂ ਤਾਂ ਕਿਉਂਕਿ ਇਹ ਭਾਵੇਂ ਪੱਖਪਾਤੀ ਸੀਗਾ ਇੱਕ ਪਾਸੜ ਸੀਗਾ ਫੈਸਲਾ ਪਾਰਸ਼ਲ ਫੈਸਲਾ ਸੀਗਾ ਪਰ ਫਿਰ ਵੀ ਅਸੀਂ ਕਿਉਂਕਿ ਅਸੀਂ ਸਮਝਦੇ ਹਾਂ ਵੀ ਜਿਹੜਾ ਇਹ ਮੋਰਚਾ ਜਿਹੜਾ ਇਹਦੇ ਹਿੱਤ ਹੈ ਜਿਹੜੇ ਇਹ ਵਡੇਰੇ ਹਿੱਤਾਂ ਨੂੰ ਧਿਆਨ 'ਚ ਰੱਖਦੇ ਅਸੀਂ ਉਹ ਗਲਤ ਫੈਸਲੇ ਨੂੰ ਵੀ ਮੰਨ ਕੇ ਕਬੂਲ ਕੀਤਾ ਤੇ ਅਸੀਂ ਉਹਨਾਂ ਦਾ ਜਿਹੜਾ ਉਸ ਦਿਨ ਤੋਂ ਅਸੀਂ ਸਟੇਜ ਤੇ ਨਹੀਂ ਗਏ ਇਹ ਤੇ ਅਸੀਂ ਉਹ ਅਪੀਲ ਲਿਖਤੀ ਰੂਪ 'ਚ ਵੀ ਕੀਤੀ ਹੈ ਉਸ ਤੋਂ ਬਿਨਾਂ ਉਹਨਾਂ ਨੇ ਪਰਸੋਂ ਸਾਨੂੰ ਬੁਲਾਇਆ ਸੀਗਾ ਆਪਣਾ ਜ਼ਬਾਨੀ ਪੱਖ ਸਪਸ਼ਟ ਕਰਨ ਦੀ ਖਾਤਰ ਉਹ ਵੀ ਅਸੀਂ ਆਪਣਾ ਪੱਖ ਸਪਸ਼ਟ ਕੀਤਾ ਤੇ ਪਰ ਹਜੇ ਤੱਕ ਉਹ ਫੈਸਲਾ ਜਿਹੜਾ ਤਾਂ ਹੈਗਾ ਦੂਜੇ ਜਥੇਬੰਦੇ ਆ ਹਰਪਾਲ ਸੰਘੇ ਵਾਲੀ ਉਹਨਾਂ ਨੇ ਬਹਾਲੀ ਦੇਤੀ ਪਰਸੋਂ ਤੋਂ ਪਹਿਲੇ ਦੇਤਾ ਸੀਗਾ ਸਾਡੇ ਹਜੇ ਉਹ ਜਿਹੜਾ ਕਹਿਣ ਦਾ ਭਾਵ ਉਹ ਪੈਂਡਿੰਗ ਹੈ ਫੈਸਲਾ ਤੁਹਾਨੂੰ ਵੀ ਕਿਉਂਕਿ ਚਰਚਾ ਛਿੜ ਗਈ ਆ ਵੀ ਜਿਹੜੀ ਬਹੁਤ ਜਲਦ ਬਹਾਲੀ ਮਿਲ ਜੂਗੀ ਪਰ ਜੇਕਰ ਸ਼ੱਕ ਦੇ ਆਧਾਰ ਤੇ ਇੱਥੇ ਸਸਪੈਂਸ਼ਨਾਂ ਹੋਣ ਲੱਗ ਗਈਆਂ ਨੇ ਸਸਪੈਂਡ ਕਰਨ ਲੱਗ ਗਏ ਤਾਂ ਜਦੋਂ ਅਸੀਂ ਕਿਸੇ ਜਥੇਬੰਦੀ ਨੂੰ ਸਵਾਲ ਕਰ ਦਿੰਦੇ ਆ ਜੀ ਬਈ ਦੇਖੋ ਜੀ ਇਸ ਤਰ੍ਹਾਂ ਕਰਕੇ ਚਰਚਾ ਛਿੜ ਗਈ ਆ ਜੀ ਫਿਰ ਉਹ ਕਹਿੰਦੇ ਜੀ ਤੁਸੀਂ ਇਹ ਸਵਾਲ ਨਾ ਕਰੋ ਕਿਸੇ ਤਰ੍ਹਾਂ ਦਾ ਸ਼ੱਕ ਨਾ ਕਰੋ ਜਥੇਬੰਦੀਆਂ ਬਹੁਤ ਸੂਝਵਾਨ ਦੇ ਨਾਲ ਚੱਲ ਰਹੀਆਂ ਨੇ ਤੇ ਜਥੇਬੰਦੀਆਂ ਤਾਂ ਆਪਣੇ ਬੰਦਿਆਂ ਦੇ ਉੱਤੇ ਸ਼ੱਕ ਕਰਕੇ ਕੱਢ ਰਹੀਆਂ ਨੇ ਜੀ ਦੇਖੋ ਜੀ ਚੱਲ ਇਹਨੂੰ ਅਸੀਂ ਇਹ ਤਾਂ ਕਹੀ ਦਿੱਤਾ ਵੀ ਸਾਡੇ ਵਾਲਾ ਫੈਸਲਾ ਸੀਗਾ ਇਹ ਪਾਰਸਲ ਸੀ ਪੱਖਪਾਤੀ ਸੀਗਾ ਤੇ ਇਹਦੀ ਜਿਹੜੀ ਗਾਹਾਂ ਇਹਦੇ ਵਿੱਚ ਇਹ ਵੀ ਨੋਟ ਕਰ ਲਓ ਜਿੱਦਾਂ ਫੈਸਲਾ ਕੀਤਾ ਸੀਗਾ ਉੱਦਾਂ ਬਲਵੀਰ ਸਿੰਘ ਰਾਜੇਵਾਲ ਦੀ ਪ੍ਰਧਾਨਗੀ 'ਚ ਮੀਟਿੰਗ ਹੋਈ ਹੈ ਉੱਥੇ ਉਹਨਾਂ ਨੇ ਮੀਟਿੰਗ 'ਚ ਇਹ ਨੋਟ ਕਰਵਾਇਆ ਵੀ ਇਹ ਇੰਟਰਨਲ ਮਾਮਲਾ ਆਪਣਾ ਇਹਨੂੰ ਬਾਹਰ ਨਹੀਂ ਨਾ ਜ਼ਬਾਨੀ ਜਾਂ ਨਾ ਲਿਖਤੀ ਇਹਨੂੰ ਬਾਹਰ ਵਾਇਰਲ ਨਹੀਂ ਕੱਢਣਾ ਬਾਹਰ ਨਹੀਂ ਕੱਢਣਾ ਇਹ ਬਕਾਇਦਾ ਕਾਰਵਾਈ 'ਚ ਲਿਖਾਇਆ ਉਹਨੇ ਬਲਵੀਰ ਸਿੰਘ ਰਾਜੇਵਾਲ ਨੇ ਆਪ ਕਿਹਾ ਪਰ ਉਹ ਕਿਉਂਕਿ ਸਾਡੇ ਨਾਲ ਜੈਲਸੀ ਕਰਕੇ ਈਰਖਾ ਕਰਕੇ ਉਹਦੀ ਵੀ ਫੈਸਲੇ ਦੀ ਵੀ ਉਲੰਘਣਾ ਕੀਤੀ ਗਈ ਆ ਵੀ ਉਹਨੂੰ ਮੂੰਹ ਜ਼ਬਾਨੀ ਵਾਇਰਲ ਨਹੀਂ ਕੀਤਾ ਬਕਾਇਦਾ ਉਹਦਾ ਅਖਬਾਰਾਂ ਦੇ ਵਿੱਚ ਵੀ ਉਹ ਛਪਵਾਤਾ ਪੰਜਾਬੀ ਟ੍ਰਿਬਿਊਨ ਦੇ 29 ਤਰੀਕ ਦੇ ਅਖਬਾਰ ਦੇ 7 ਤਰੀਕ ਦੇ ਅਖਬਾਰ ਦੇ ਵਿੱਚ ਲੱਗੀ ਆ ਇੱਥੋਂ ਦਿੱਲੀ ਤੋਂ ਬਈ ਸੰਯੁਕਤ ਕਿਸਾਨ ਮੋਰਚੇ ਨੇ ਸਖਤੀ ਨਾਲ ਕਦਮ ਚੁੱਕਦੇ ਹੋਏ 2 ਕਿਸਾਨ ਆਗੂਆਂ ਨੂੰ ਸੰਯੁਕਤ ਕਿਸਾਨ ਮੋਰਚੇ ਤੋਂ ਸਸਪੈਂਡ ਕਰਤਾ ਉਹ ਖਬਰ ਕਹਿਣ ਦਾ ਭਾਵ ਬਾਹਰ ਵਾਇਰਲ ਵੀ ਕਰਤੀ ਕੱਲਾ ਈਰਖਾ ਵਾਸਤੇ ਇਹਦੀ ਵੀ ਪਰ ਜਿਨ੍ਹਾਂ ਨੇ ਵਾਇਰਲ ਕੀਤੀ ਹੈ ਜਿਨ੍ਹਾਂ ਨੇ ਬਾਹਰ ਉਹ ਗਲਤ ਰਿਪੋਰਟਿੰਗ ਕੀਤੀ ਹੈ ਜਦ ਕਿ ਫੈਸਲਾ ਕੀਤਾ ਸੀਗਾ ਵੀ 22 ਵਾਲਾ ਵੀ ਜਿਹੜਾ 22 ਨੇ ਵੀ ਕੀਤਾ ਉਹਨੂੰ ਵੀ ਅੰਦਰੇ ਰੱਖਣਾ ਸੰਯੁਕਤ ਮੋਰਚੇ ਦਾ ਤਾਂ ਮੀਟਿੰਗ ਫੈਸਲਾ ਹੀ ਨਹੀਂ ਸੀਗਾ ਉਸ ਨੂੰ ਜਿਨ੍ਹਾਂ ਨੇ ਵਾਇਰਲ ਕੀਤਾ ਕੋਈ ਉਹਨਾਂ ਦੀ ਕਾਰਵਾਈ ਨਹੀਂ ਕੀਤੀ ਉਹਨਾਂ ਤੇ ਉਲੰਘਣਾ ਤਾਂ ਉਹਨਾਂ ਦੀ ਵੀ ਬਣਦੀ ਹੈ ਵੀ ਫੈਸਲੇ ਦੀ ਉਲੰਘਣਾ ਕੀਤੀ ਪਰ ਉਹਨਾਂ ਤੇ ਕੋਈ ਕਾਰਵਾਈ ਨਹੀਂ ਇਸੇ ਕਰਕੇ ਅਸੀਂ ਕਹਿੰਦੇ ਆ ਵੀ ਇਹ ਹੋ ਰਿਹਾ ਪੱਖਪਾਤੀ ਪਰ ਇਹ ਕਿਉਂ ਕਰ ਰਹੇ ਨੇ ਜਦ ਕਿ ਸਾਡੀ ਲੜਾਈ ਅਸੀਂ ਸੱਦਾ ਦਿੱਤਾ ਹੋਇਆ ਸੀ ਮੋਹਰੇ 16 ਤਰੀਕ ਦਾ ਸੱਦਾ ਦਿੱਤਾ ਕਿਸਾਨ ਇਕਜੁੱਟਤਾ ਦਿਵਸ ਮਨਾਉਣ ਦਾ
ਸਰ ਛੋਟੂ ਰਾਮ ਹੈ, ਜਿਹੜੇ ਆਪਣਾ ਅੰਗਰੇਜ਼ਾਂ ਵੇਲੇ ਜਿਹੜੇ ਕਿਸਾਨਾਂ ਦੇ ਹਰਿਆਣੇ ਦੇ ਉੱਗੇ ਕਿਸਾਨ ਆਗੂ ਹੈ, ਉਹਨਾਂ ਦੀ ਯਾਦ ਦੇ ਵਿੱਚ ਇਕਜੁੱਟਤਾ ਦਿਵਸ ਮਨਾਉਣ ਦਾ ਸੱਦਾ ਦਿੱਤਾ ਵੀ ਤਾਂ ਹੀ ਅਸੀਂ ਜੇ ਆਪਣੇ ਮਤਭੇਦਾਂ ਨੂੰ ਜਾਂ ਆਪਸੀ ਜਿਹੜੇ ਫਰਕਾਂ ਨੂੰ ਉਹ ਅਸੀਂ ਖਿੱਚੋ ਤਾਣ ਦੀ ਬਜਾਏ ਜੇ ਅਸੀਂ ਇਕਜੁੱਟ ਹੋ ਕੇ ਸਰਕਾਰ ਨਾਲ ਲੜਾਂਗੇ ਫੇਰ ਹੀ ਮੋਰਚਾ ਹੋਊਗਾ, ਜਿੱਤਿਆ ਜਾਊ। ਪਰ ਉਹ ਠੀਕ ਹੈ, ਭਾਵੇਂ ਸੱਦਾ ਵਧੀਆ ਹੈਗਾ, ਪਰ ਜਿਹੜੀ ਇਹ ਸਾਡੇ ਵਾਲਾ ਅਸੀਂ ਸਮਝਦੇ ਹਾਂ ਵੀ ਜਿਹੜੀ ਕਾਰਵਾਈ ਹੋਈ ਹੈ ਜਾਂ ਸਾਨੂੰ ਬਾਹਰ ਬਦਨਾਮ ਕਰਨ ਦੀ ਖਾਤਰ, ਡੀਫੇਮ ਕਰਨ ਦੀ ਖਾਤਰ ਵਾਇਰਲ ਕੀਤੀਆਂ ਗਈਆਂ ਨੇ, ਇਹ ਇਕਜੁੱਟਤਾ ਵਾਲਾ ਨਹੀਂ। ਤੇ ਇਹ ਕਿਉਂ ਕਰ ਰਹੇ ਨੇ ਤਾਂ ਵੱਧ ਤੁਸੀਂ ਉਹਨਾਂ ਤੋਂ ਪੁੱਛ ਸਕਦੇ ਹੋ ਜੀ। ਬਿਲਕੁਲ, ਤੇ ਇਹਨਾਂ ਗੱਲਾਂ ਦੇ ਉੱਤੇ ਗੌਰ ਵੀ ਕਰਨਾ ਜ਼ਰੂਰੀ ਬਣਦਾ, ਕਿਉਂਕਿ ਇਹਦੇ ਨਾਲ ਅੰਦੋਲਨ ਨੂੰ ਵੀ ਤਾਂ ਸਰਕਾਰ ਨੂੰ ਇੱਕ ਜਿਹੜਾ ਹੈਗਾ ਸਰਕਾਰ ਦੇ ਤੁਹਾਡੇ ਤੇ ਪ੍ਰੈਸ਼ਰ ਜ਼ਿਆਦਾ, ਤੇ ਸਰਕਾਰ ਨੂੰ ਕੁਝ ਖੁੱਲ੍ਹ ਮਿਲੇਗੀ ਵੀ ਹਾਂ ਇਹ ਤਾਂ ਫਟੇ ਹੋਏ ਨੇ ਅੰਦਰ ਤੇ ਬਹੁਤ ਛੇਤੀ ਕੰਮ ਹੋ ਜਾਊਗਾ। ਨਹੀਂ ਜੀ ਵੇਖੋ, ਅਸੀਂ ਦੇਖੋ ਜੀ, ਅਸੀਂ ਇਸ ਗੱਲ ਦੇ ਕਿਉਂਕਿ ਅਸੀਂ ਸਮਝਦੇ ਹਾਂ ਵੀ ਸਰਜੀਤ ਫੂਲ ਨੂੰ ਜਾਂ ਹਰਪਾਲ ਸੰਘੇ ਨੂੰ ਸਸਪੈਂਡ ਕਰਨਾ ਜਾਂ ਸਟੇਜ ਤੋਂ ਬੰਦ ਕਰ ਦੇਣਾ ਛੋਟੀ ਚੀਜ਼ ਹੈ। ਕੁੱਲ ਮੋਰਚੇ ਦੇ ਮੁਕਾਬਲੇ ਅਸੀਂ ਸਮਝਦੇ ਹਾਂ ਵੀ ਸਾਡਾ ਮਾਮਲਾ ਬਹੁਤ ਛੋਟਾ। ਜਿਹੜਾ ਮੋਰਚਾ ਹੈਗਾ, ਮੋਰਚੇ ਦੇ ਹਿੱਤ ਹੈ, ਮੋਰਚੇ ਦੀਆਂ ਮੰਗਾਂ ਕਾਨੂੰਨਾਂ ਨੂੰ ਰੱਦ ਕਰਾਉਣਾ, MSP ਦੀ ਗਾਰੰਟੀ ਕਰਾਉਣੀ, ਸਾਰਾ ਜ਼ੋਰ ਲਾ ਕੇ ਉਹਦੇ ਮੁਕਾਬਲੇ ਸਾਡਾ ਮਾਮਲਾ ਬਹੁਤ ਛੋਟਾ। ਇਸ ਕਰਕੇ ਅਸੀਂ ਤਾਂ ਧਾਰੇ ਹੋਈ ਹੈ ਬਈ ਕਿੰਨਾ ਵੀ ਭਾਵੇਂ ਸਾਨੂੰ ਚੱਲ ਉਹਨਾਂ ਨੇ 15 ਦਿਨ ਲਮਕਾਤਾ, ਹੋਰ ਵੀ ਮਹੀਨਾ ਲਮਕਾ ਦੇਣ, ਅਸੀਂ ਕੋਈ ਮੋਰਚੇ ਦੀ ਇਕਜੁੱਟਤਾ ਨੂੰ ਭੰਗ ਕਰਨ ਵਾਲੀ ਅਸੀਂ ਨਹੀਂ ਗੱਲ ਕਰਾਂਗੇ ਕੋਈ। ਸੋ ਵਧੀਆ ਗੱਲ ਹੈ, ਕਿਉਂਕਿ ਇੱਕ ਸੂਝਵਾਨ ਲੀਡਰ ਦਾ ਇਹੀ ਹੁੰਦਾ ਹੈ ਬਈ ਜਦੋਂ ਕੁਝ ਉਹਨਾਂ ਦੇ ਉੱਤੇ ਕਾਰਵਾਈ ਹੁੰਦੀ ਹੈ ਤੇ ਉਹ ਉਸ ਚੀਜ਼ ਨੂੰ ਰਿਐਕਟ ਕਿਵੇਂ ਕਰਦਾ ਹੈ, ਜੋਸ਼ ਦੇ ਨਾਲ ਕਰਦਾ ਹੈ ਜਾਂ ਹੋਸ਼ ਦੇ ਵਿੱਚ ਰਹਿ ਕੇ। ਤੂੰ ਵਧੀਆ ਗੱਲ ਕੀਤੀ ਹੈ ਤੁਸੀਂ, ਚਲੋ ਇਹ ਇੱਕ ਕਿਉਂਕਿ ਇਕਜੁੱਟਤਾ ਦਿਖਾਉਣੀ, ਉੱਪਰੋਂ ਕਹਿ ਦੇਣਾ ਤੇ ਪ੍ਰੈਕਟੀਕਲ ਕਰਨਾ, ਉਹ ਬਹੁਤ ਵੱਡੀ ਗੱਲ ਹੁੰਦੀ ਹੈ। ਹੁਣ ਤੱਕ ਤੁਹਾਡੇ ਵੱਲੋਂ ਵੀ ਕੋਈ ਅਜਿਹੀ ਗੱਲ ਨਹੀਂ ਆਈ ਸਾਹਮਣੇ ਵੀ ਜੀ ਤੁਸੀਂ ਸਸਪੈਂਸ਼ਨ ਤੋਂ ਬਾਅਦ ਬੋਲੇ ਹੋ। ਮੈਂ ਇਹ ਨਹੀਂ ਆ ਵੀ ਤੁਹਾਡੇ ਵੱਲੋਂ ਸਮਰਥਕ ਹੋ ਕੇ ਬੋਲ ਰਿਹਾ, ਮੈਂ ਇੱਕ ਹਰ ਗੱਲ ਦਾ ਹੁੰਦਾ ਜੀ ਵੀ ਇੱਕ ਵਿਰੋਧ ਦੇ ਵਿੱਚ ਬੋਲੀ ਜਾਂਦੀ ਹੈ, ਇੱਕ ਸਮਰਥਨ ਦੇ ਵਿੱਚ ਬੋਲੀ ਜਾਂਦੀ ਹੈ। ਗੱਲ ਸੱਚੀ ਹੁੰਦੀ ਹੈ, ਸੱਚੀ ਕਈ ਵਾਰ ਵਿਰੋਧ ਦੇ ਵਿੱਚ ਵੀ ਹੋ ਜਾਂਦੀ ਹੈ, ਸਮਰਥਨ 'ਚ ਵੀ ਹੋ ਜਾਂਦੀ ਹੈ। ਤੇ ਗੱਲ ਹੁਣ ਜੇਕਰ ਕਰੀਏ ਜੀ ਤਾਂ ਇਹਨਾਂ ਕਾਨੂੰਨਾਂ ਦੀ, ਤਾਂ ਕਿੱਥੇ ਕੁ ਖੜ੍ਹੇ ਹਾਂ ਅਸੀਂ, ਸਰਕਾਰ ਕਿੰਨਾ ਕੁ ਪ੍ਰੈਸ਼ਰ ਦੇ ਵਿੱਚ ਹੈ ਜਾਂ ਸਰਕਾਰ ਤੋਂ 26 ਤੋਂ ਬਾਅਦ ਉਲਟਾ ਪ੍ਰੈਸ਼ਰ ਆਪਣੇ ਉੱਤੇ ਆ ਗਿਆ ਜੀ? ਨਹੀਂ ਦੇਖੋ ਜੀ, ਅਸੀਂ ਜਿਹੜਾ ਕਹਿ ਰਹੇ ਆ ਨਾ ਵੀ ਮੋਰਚਾ ਕਮਜ਼ੋਰ ਹੋ ਗਿਆ 26 ਤੋਂ ਬਾਅਦ, ਹਾਂਜੀ, ਇਹ ਗੱਲ ਠੀਕ ਨਹੀਂ। ਇਹ ਠੀਕ ਹੈ ਵੀ ਇੱਕ ਵਾਰੀ 26 ਵਾਲੀਆਂ ਘਟਨਾਵਾਂ ਦੇ ਨਾਲ ਇਹਦੇ ਵਿੱਚ ਡਾਵਾਂਡੋਲ ਤਾਂ ਆਈ ਆ, ਥੋੜ੍ਹਾ ਜਿਹਾ ਡਰ ਵਾਲਾ ਮਾਹੌਲ ਵੀ ਬਣਿਆ ਤੇ ਕੁਛ ਗਿਣਤੀ ਘਟੀ ਵੀ ਸੀਗੀ। ਹਾਂਜੀ, ਪਰ ਪਰ ਉਸ ਤੋਂ ਬਾਅਦ ਉਹ 2 ਦਿਨਾਂ ਦੇ ਵਿੱਚ ਰਿਕਵਰ ਹੋ ਗਈ। 2 ਦਿਨਾਂ ਤੋਂ ਬਾਅਦ 28 ਤੋਂ ਬਾਅਦ ਮੋਰਚਾ ਕਹਿਣ ਦਾ ਭਾਵ ਜਿਵੇਂ ਹਰਿਆਣੇ ਵਾਲੇ ਆਏ ਆ, ਯੂਪੀ ਵਾਲੇ ਆਏ ਵੱਡੇ ਪੱਧਰ ਤੇ, ਪੰਜਾਬ 'ਚੋਂ ਮਤਲਬ ਮਤੇ ਪੈ ਰਹੇ ਆ ਪਿੰਡਾਂ 'ਚ ਵੀ ਤਾਂ ਕਿ ਜੇ ਇਹਨੂੰ ਲੰਮਾ ਵੀ ਖਿੱਚਣਾ ਹੋਵੇ, ਹਾੜੀ ਤੱਕ ਵੀ ਲਿਜਾਣਾ ਹੋਵੇ ਤਾਂ ਵੀ ਪਿੱਛੋਂ ਸਪਲਾਈ ਨਾ ਘਟੇ। ਤਾਂ ਇਹ ਸਾਰੀਆਂ ਚੀਜ਼ਾਂ ਦੇ ਨਾਲ ਅਸੀਂ ਸਮਝਦੇ ਹਾਂ ਵੀ ਮੋਰਚਾ 26 ਦੇ ਨਾਲੋਂ ਬਾਅਦ ਦੇ ਵਿੱਚ ਇੱਕ ਵਾਰੀ ਡਾਵਾਂਡੋਲ ਹੋਇਆ ਸੀ, ਹੁਣ ਮਜ਼ਬੂਤ ਹੋ ਗਿਆ। ਤੇ ਜਿਹੜੇ ਹੁਣ ਆ ਰਹੇ ਆ ਉਹ ਪੱਕੇ ਇਰਾਦੇ ਨਾਲ ਆ ਰਹੇ ਆ ਲੜਨ ਦੇ ਨਾਲ। 26 ਤੋਂ ਪਹਿਲਾਂ ਵਾਲਾ ਚੱਲ ਕੁਛ ਮਾਹੌਲ ਥੋੜ੍ਹਾ ਜਿਹਾ ਮੇਲੇ ਵਰਗਾ ਮਾਹੌਲ ਵੀ ਸੀਗਾ। ਹੁਣ ਜਿਹੜੇ ਬੰਦੇ ਆ ਰਹੇ ਆ ਵੀ ਸਾਡੇ ਜੇ ਅਟੈਕ ਕੀਤਾ ਉੱਥੇ ਜਿਹੜੇ ਧਰਨੇ 'ਚ ਬੈਠੇ ਆ ਤਾਂ ਸਾਨੂੰ ਲਾਂਭਾ ਹੋਊਗਾ, ਇਸ ਕਰਕੇ ਉਹਨਾਂ ਦੀ ਰੱਖਿਆ ਕਰਨ ਵਾਲੀ ਭਾਵਨਾ ਦੇ ਨਾਲ ਇੱਥੇ ਆ ਰਹੇ ਨੇ। ਦੂਸਰੀ ਗੱਲ, ਜਿਹੜਾ ਅਸੀਂ 6 ਤਾਰੀਖ ਦਾ ਸੱਦਾ ਦਿੱਤਾ ਸੀਗਾ 3 ਘੰਟਿਆਂ ਦਾ ਟ੍ਰੈਫਿਕ ਜਾਮ ਦਾ, ਬੰਦ ਦਾ, ਰੋਡ ਜਾਮ ਦਾ, ਉਹ ਜਿੰਨਾ ਸਾਰੇ ਸੂਬਿਆਂ 'ਚ ਖਾਸ ਕਰਕੇ ਪੰਜਾਬ, ਹਰਿਆਣਾ, ਰਾਜਸਥਾਨ ਤੇ ਹੋਰ ਸੂਬਿਆਂ 'ਚ ਸਫਲ ਹੋਇਆ, ਉਸ ਨੇ ਵੀ ਇਹ ਦਿਖਾਤਾ ਵੀ ਮੋਰਚਾ ਪਹਿਲਾਂ ਦੀ ਤਰ੍ਹਾਂ ਓਨਾ ਹੀ ਮਜ਼ਬੂਤ ਹੈ, ਇਹਦੇ ਵਿੱਚ ਕੋਈ ਕਮਜ਼ੋਰੀ ਨਹੀਂ ਆਈ। ਇਸ ਤੋਂ ਬਿਨਾਂ ਜਿੰਨਾ ਸਾਰੀ ਦੁਨੀਆ ਦੇ ਵਿੱਚ ਇਹਦੀ ਹਮਾਇਤ ਮਿਲੀ ਹੈ, ਵੱਡੀਆਂ ਜਿਹੜੀਆਂ ਹਸਤੀਆਂ ਹੈਗੀਆਂ ਨੇ, ਜਿਵੇਂ ਰਿਹਾਨਾ ਹੈਗੀ ਆ ਬਹੁਤ ਵੱਡੀ, ਉਹ ਇਹਦੇ ਕਲਾਕਾਰੀ ਦੇ ਖੇਤਰ 'ਚ ਹੈ, ਕਰੋੜਾਂ ਉਹਨਾਂ ਦੇ ਫਾਲੋਅਰ ਹੈਗਾ, ਉਹਨਾਂ ਵੱਲੋਂ ਟਵੀਟ ਕਰਕੇ ਮੋਰਚੇ ਦੇ ਪੱਖ 'ਚ ਬੋਲਣਾ। ਅਮਰੀਕਾ ਦੇ ਵਿੱਚ ਦੱਸਦੇ ਸੀ ਇੱਕ ਮੈਚ ਸੀਗਾ ਸ਼ਾਇਦ ਫੁੱਟਬਾਲ ਦਾ, ਸੁਪਰ ਲੀਗ ਮੈਚ ਸੀਗਾ, ਉਹਦੇ ਵਿੱਚ 30 ਸੈਕਿੰਡ ਦੀ ਇਸ ਮੋਰਚੇ ਦੇ ਪੱਖ 'ਚ ਐਡ ਹੋਣੀ, ਜਿਹੜੇ ਉਹ ਕਈ ਲੱਖਾਂ ਦੀ ਉਹਨਾਂ ਦੀ ਕੀਮਤ ਹੈ। ਹੋਰ ਹੈ ਵੇ ਜਿਹੜੇ ਉਹਨਾਂ ਦੇ ਇਹ ਸਾਰੇ ਕਾਸੇ ਨੇ ਇਹਦੀ ਹਮਾਇਤ ਦਾ ਘੇਰਾ ਬਹੁਤ ਵਧਾਤਾ। ਤੇ ਜਿਹੜੀ ਇਹਦੀ ਮੋਦੀ ਸਰਕਾਰ ਦੀ ਜਿਹੜੀ ਬਦਨਾਮੀ ਹੈ ਵੀ ਉਹ ਕਿਸਾਨਾਂ ਦੀ ਜਾਇਜ਼ ਮੰਗ ਵੀ ਨਹੀਂ ਮੰਨ ਰਹੇ, ਉਹ ਵੱਧ ਰਹੀ ਹੈ। ਪਾਰਲੀਮੈਂਟ ਦੇ ਵਿੱਚ ਵੀ ਬਹੁਤ ਵਿਰੋਧ ਹੋਇਆ, ਇਸ ਕਰਕੇ ਅਸੀਂ ਸਮਝਦੇ ਹਾਂ ਵੀ ਇਹਦੀਆਂ ਜਿੱਤ ਦੀਆਂ ਸੰਭਾਵਨਾਵਾਂ ਆਉਣ ਵਾਲੇ ਦਿਨਾਂ 'ਚ ਵੱਧ ਰਹੀਆਂ ਨੇ। ਇਹਦੀਆਂ ਵਿਰੋਧ ਹੋ ਰਿਹਾ ਪਾਰਲੀਮੈਂਟ ਦੇ ਵਿੱਚ ਵੀ, ਬਹੁਤ ਸਾਰੀਆਂ ਜਿਹੜੀਆਂ ਵਿਰੋਧ ਦੇ ਵਿੱਚ ਸਪੀਚਾਂ ਵੀ ਹੁੰਦੀਆਂ ਨੇ, ਪਰ ਪ੍ਰਧਾਨ ਮੰਤਰੀ ਹੋ ਗਏ, ਰਾਸ਼ਟਰਪਤੀ ਹੋ ਗਿਆ, ਤੇ ਉਸ ਤੋਂ ਬਾਅਦ ਗ੍ਰਹਿ ਮੰਤਰੀ ਆਪਣੇ ਹੋ ਗਏ ਜੀ, ਖੇਤੀਬਾੜੀ ਮੰਤਰੀ, ਇਹ ਤੇ ਹਾਲੇ ਵੀ ਮਤਲਬ ਕਿ ਇਹੀ ਕਹਿ ਰਹੇ ਆ ਜੀ ਇਹ ਤਾਂ ਕੋਈ ਅੰਦੋਲਨ ਜੀ ਵੀ ਦੱਸ ਜਾਂਦਾ, ਕਦੇ ਕੀੜੇ ਦੱਸ ਦਿੱਤਾ ਜਾਂਦਾ ਜੀ, ਕਦੇ ਕਾਨੂੰਨ। ਉਹ ਕਹਿੰਦੇ ਵੀ ਹੁਣ ਫਿਲਹਾਲ ਤੁਸੀਂ ਅੰਦੋਲਨ ਛੱਡ ਕੇ ਚਲ ਜਾਓ ਤੇ ਬਾਅਦ ਦੇ ਵਿੱਚ ਕੁਛ ਗਲਤੀ ਲੱਗੀ ਤਾਂ ਸੋਧ ਕਰ ਲਾਂਗੇ। ਦੇਖੋ ਜੀ, ਉਹ ਅਸੀਂ ਪਹਿਲਾਂ ਵੀ ਕਿਹਾ ਵੀ ਇਹਨਾਂ ਦਾ ਵੀ ਜਿਹੜੀ ਖੇਤੀਬਾੜੀ ਮੰਤਰੀ ਆ ਜਾਂ ਕਹਿ ਲਓ ਮੋਦੀ ਸਰਕਾਰ ਵੀ ਹੈਗੀ ਹੈ,
ਇਹਨਾਂ ਨੂੰ ਕਿਸਾਨਾਂ ਦੇ ਹਿੱਤਾਂ ਨਾਲੋਂ ਵੱਧ ਅਸਲ ਵਿੱਚ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਆ ਜਿਨ੍ਹਾਂ ਨੇ ਇਹਨਾਂ ਨੂੰ ਵੱਡੇ ਪੱਧਰ ਤੇ ਫੰਡ ਦੇ ਕੇ ਜਾਂ ਹੋਰ ਹਿਸਾਬ ਨਾਲ ਅਸਲ ਵਿੱਚ ਉਹਨਾਂ ਦਾ ਇਹਨਾਂ ਨੂੰ ਖਿਆਲ ਵੱਧ ਹੈ ਜੀ, ਕਿਸਾਨਾਂ ਦਾ ਲੋਕਾਂ ਦਾ ਖਿਆਲ ਨਹੀਂ। ਇਸ ਕਰਕੇ ਇਹਨਾਂ ਦਾ ਝੂਠ ਬੋਲਣਾ, ਜੁਮਲੇਬਾਜ਼ੀ ਕਰਨਾ, ਗੱਲਾਂ ਨੂੰ ਵਿਗਾੜ ਕੇ ਪੇਸ਼ ਕਰਨਾ ਇੱਕ ਇਹਨਾਂ ਦਾ ਇਹ ਪੇਸ਼ਾ ਬਣ ਚੁੱਕਿਆ। ਇਹ ਜਿੱਥੋਂ ਤੱਕ ਉਹ ਕਹਿੰਦੇ ਆ ਵੀ ਅੰਦੋਲਨ ਜੀਵੀ ਬਣ, ਇਹ ਜਿਹੜੇ ਕਿਸਾਨ ਹੈ ਜਾਂ ਜਿਹੜੇ ਅੰਦੋਲਨ ਕਰਨ ਵਾਲੇ ਲੋਕ ਨੇ, ਅਗਵਾਈ ਕਰਨ ਵਾਲੇ ਅੰਦੋਲਨ ਜੀਵੀ ਹੈ। ਅਸੀਂ ਸਮਝਦੇ ਹਾਂ ਵੀ ਅੰਦੋਲਨ ਜੀਵੀ ਕਿਹਨੂੰ ਕਹਿੰਦੇ ਆ, ਵੀ ਜਿਹੜਾ ਅੰਦੋਲਨਾਂ 'ਚ ਲੜਦਾ ਹੋਵੇ, ਇਨਕਲਾਬੀ ਆ, ਅੰਦੋਲਨ ਜੀਵੀ ਹੈ। ਇਹ ਅਸੀਂ ਕਹਿੰਦੇ ਵੀ ਜਿਹੜਾ ਲੋਕਾਂ ਦੇ ਹਿੱਤਾਂ ਦੀ ਖਾਤਰ, ਕੌਮ ਦੇ ਹਿੱਤਾਂ ਦੀ ਖਾਤਰ, ਦੇਸ਼ ਦੇ ਹਿੱਤਾਂ ਦੀ ਖਾਤਰ ਅੰਦੋਲਨ ਕਰਦਾ, ਜੇ ਉਹਨੂੰ ਅੰਦੋਲਨ ਜੀਵੀ ਕਹਿੰਦੇ ਆ ਤਾਂ ਅਸੀਂ ਸਮਝਦੇ ਹਾਂ ਵੀ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ। ਕਿਉਂਕਿ ਅੰਗਰੇਜ਼ਾਂ ਵਿਰੋਧੀ ਲੜਾਈ ਦੇ ਵਿੱਚ ਵੀ ਇੱਕ ਇਹਨਾਂ ਦਾ ਜਿਹੜਾ RSS ਦਾ ਮੁਖੀ ਸਾਵਰਕਾਰ ਹੈ, ਅੰਦੋਲਨਕਾਰੀਆਂ 'ਚ ਸੀਗਾ, ਪਰ ਉਹ ਅੰਗਰੇਜ਼ਾਂ ਕੋਲੇ ਮਾਫੀਨਾਮਾ ਲਿਖ ਕੇ ਉਹਨੇ ਆਪਣੀਆਂ ਸਜ਼ਾ ਆਪਣੀ ਮਾਫ ਕਰਵਾਈ ਹੈ, ਬਾਰ-ਬਾਰ ਮਾਫੀਨਾਮੇ ਲਿਖ ਕੇ। ਇੱਕ ਪਾਸੇ ਭਗਤ ਸਿੰਘ ਵਰਗੇ, ਊਧਮ ਸਿੰਘ ਵਰਗੇ, ਕਰਤਾਰ ਸਿੰਘ ਸਰਾਭੇ ਵਰਗੇ ਵੀ ਹੈਗੇ ਆ ਜਿਨ੍ਹਾਂ ਨੇ ਮਾਫੀ ਨਹੀਂ ਮੰਗੀ, ਕੋਈ ਅੰਦੋਲਨ ਨੂੰ ਸ਼ਹੀਦ ਹੋ ਗਏ, ਅੰਦੋਲਨ ਕੀਤਾ, ਆਖਰੀ ਦਮ ਤੱਕ ਅੰਦੋਲਨ ਕੀਤਾ। ਅਸੀਂ ਕਹਿੰਦੇ ਹਾਂ ਵੀ ਅਸੀਂ ਅੰਦੋਲਨ ਜੀਵੀ ਹੈਗੇ ਆ, ਪਰ ਅਸੀਂ ਉਹ ਸਾਵਰਕਾਰ ਵਰਗੇ ਮਾਫੀ ਜੀਵੀ ਨਹੀਂ। ਅਸੀਂ ਮਾਫੀ ਜੀਵੀ ਹੋਣਾ ਗੁਨਾਹ ਹੈ, ਅੰਦੋਲਨ ਜੀਵੀ ਹੋਣਾ ਕੋਈ ਗੁਨਾਹ ਨਹੀਂ ਹੈ। ਬਿਲਕੁਲ ਜੀ, ਸਹੀ ਗੱਲ ਹੈ। ਤੇ ਫੂਲ ਸਾਹਿਬ ਇੱਕ ਹੋਰ ਗੱਲ ਹੈ, ਨੌਜਵਾਨ ਕੁਝ ਗੱਲਾਂ ਨੂੰ ਲੈ ਕੇ ਨਿਰਾਸ਼ ਨੇ, ਠੀਕ ਹੈ, 26 ਤੋਂ ਬਾਅਦ ਨਿਰਾਸ਼ਤਾ ਆਈ ਸੀ, ਪਰ ਉਹ ਕਹਿੰਦੇ ਜੀ ਬਹੁਤ ਸਾਰੇ ਲੀਡਰ ਸਟੇਜਾਂ ਤੋਂ ਬਹੁਤ ਗਰਮ ਬਿਆਨ ਦੇ ਦਿੰਦੇ ਆ, ਇਸ ਤਰ੍ਹਾਂ ਜੇ ਨੌਜਵਾਨਾਂ ਨੇ ਆਹ ਕੰਮ ਕਰਤਾ ਫਿਰ ਸਰਕਾਰ ਨੂੰ ਦੇਣੇ ਪੈਣੇ, ਇਹ ਕਰ ਦੇਣੇ। ਅਤੇ ਜਦੋਂ ਉਹਨਾਂ ਸਪੀਚਾਂ ਦੇ ਆਧਾਰ ਦੇ ਉੱਤੇ ਜੋਸ਼ ਆ ਕੇ ਨੌਜਵਾਨ ਕੁਝ ਕਰ ਦਿੰਦੇ ਆ, ਫਿਰ ਲੱਤਾਂ ਆਪਣੀਆਂ ਵਜਨ ਨਹੀਂ ਚੱਲਦੀਆਂ ਜੀ, ਕਹਿੰਦੇ ਆਗੂਆਂ ਦੀਆਂ। ਖਾਸ ਤੌਰ 'ਤੇ ਪੰਜਾਬ ਦੇ ਜਿਹੜੇ ਜਥੇਬੰਦੀਆਂ ਦੇ ਕੁਛ ਆਗੂ ਹੈਗੇ ਨੇ ਤਾਂ ਉਹਨਾਂ ਦੇ ਉੱਤੇ ਵੀ ਗੱਲ ਆ ਜਾਂਦੀ ਹੈ ਜੀ। ਅਤੇ ਜਿਹੜੇ ਨੌਜਵਾਨ ਜੇਲ੍ਹਾਂ ਦੇ ਵਿੱਚ ਨੇ ਉਹਨਾਂ ਦੇ ਉੱਤੇ ਸਖਤੀ ਦੇ ਨਾਲ ਸਟੈਂਡ ਬਾਰ-ਬਾਰ ਕਿਉਂ ਨਹੀਂ ਕਿਹਾ ਜਾਂਦਾ ਜੀ? ਜਾਂ ਗੱਲ ਨਵਰੀਤ ਸਿੰਘ ਦੀ ਵੀ ਆਈ ਸੀ ਤਾਂ ਉਹਦੇ ਬਾਰੇ ਵੀ ਕੁਝ ਨਿਰਾਸ਼ਤਾ ਨੌਜਵਾਨਾਂ ਦੇ ਵਿੱਚ ਆਈ ਹੈ ਵੀ ਯਾਰ ਅਸੀਂ ਨੌਜਵਾਨ ਸ਼ਹੀਦ ਹੋ ਗਏ ਅਤੇ ਬੋਲ ਨਹੀਂ ਰਹੇ ਜੀ। ਦੇਖੋ ਜੀ, ਇਹ ਅਸੀਂ ਕਹਿੰਦੇ ਵੀ ਚਲ ਭਾਵੇਂ ਫੈਸਲਾ ਲੇਟ ਹੋ ਗਿਆ, ਹੁਣ ਸਰਬਸੰਮਤੀ ਨਾਲ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਵੀ ਜਿੰਨੇ ਵੀ ਇਸ ਅੰਦੋਲਨ ਦੇ ਵਿੱਚ ਗ੍ਰਿਫਤਾਰ ਕੀਤੇ ਆ, ਕੋਈ ਜੇਲ੍ਹਾਂ 'ਚ ਬੰਦ ਨੇ, ਉਹਨਾਂ ਦਾ ਬਿਨਾਂ ਕਿਸੇ ਵਿਤਕਰੇ ਤੋਂ ਸਾਰਿਆਂ ਦਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਹਨਾਂ ਦਾ ਜਿਹੜਾ ਕੇਸ ਲੜਿਆ ਜਾਊਗਾ। ਉਹਨਾਂ ਦੀ ਰਿਹਾਈ ਕਰਾਉਣ ਦੀ ਖਾਤਰ ਜਿਹੜੇ ਉਹਨਾਂ ਦੀ ਲੀਗਲ ਮਦਦ ਹੈ, ਕੁਛ ਵਕੀਲਾਂ ਨੇ ਫ੍ਰੀ ਵੀ ਮਦਦ ਕਰ ਰਹੇ ਹੈ, ਜੇ ਸਾਨੂੰ ਕੁਛ ਨੂੰ ਫੀਸ ਵੀ ਦੇਣੀ ਪਈ ਤਾਂ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਹਨਾਂ ਨੂੰ ਫੀਸ ਦੇ ਕੇ ਉਹਨਾਂ ਦੇ ਪਰਿਵਾਰਾਂ ਦਾ ਨਹੀਂ ਲੱਗਣ ਦੇਵਾਂਗੇ, ਉਹਨਾਂ ਨੂੰ ਰਿਹਾ ਕਰਾਉਣ ਦੀ ਖਾਤਰ ਪੂਰੇ ਜ਼ੋਰ ਨਾਲ ਉਹਨਾਂ ਦੀ ਲੀਗਲ ਲੜਾਈ ਲੜਾਂਗੇ। ਇਹ ਫੈਸਲਾ ਹੋ ਗਿਆ। ਇਸ ਕਰਕੇ ਇਸ ਫੈਸਲੇ 'ਚ ਲੱਖਾ ਸਧਾਣਾ, ਦੀਪ ਸਿੱਧੂ ਨਹੀਂ ਹੈਗੇ? ਦੇਖੋ ਜੀ, ਉਹਦੇ ਵਿੱਚ ਕੋਈ ਐ ਨਾਂ ਲਿਆ ਹੀ ਨਹੀਂ ਕੋਈ ਵੀ ਲੱਖੇ ਸਧਾਣੇ ਨੂੰ ਛੱਡ ਕੇ ਬਾਕੀਆਂ। ਕੱਲ ਜੀ ਬਿਆਨ ਰਾਜੇਵਾਲ ਸਾਹਿਬ ਨੇ ਦਿੱਤਾ, ਜਦੋਂ ਉਹਨਾਂ ਨੂੰ ਪੁੱਛਿਆ ਲੱਖੇ ਸਧਾਣੇ ਬਾਰੇ, ਉਹ ਕਹਿੰਦੇ ਉਹਦਾ ਸਰਕਾਰ ਦੇਖੇ ਕੀ ਕਰਨਾ। ਦੇਖੋ ਜੀ, ਫਿਰ ਇੱਕ ਮਿੰਟ, ਜਿਹੜਾ ਇੱਧਰੋਂ ਫੈਸਲਾ ਹੋਇਆ ਸਟੇਜ ਤੋਂ ਬੋਲਿਆ ਗਿਆ, ਉਹ ਤਾਂ ਇਹੀ ਹੋਇਆ ਵੀ ਬਿਨਾਂ ਕਿਸੇ, ਸਾਰੇ ਜਿਹੜੇ ਗ੍ਰਿਫਤਾਰ ਕੀਤੇ ਗਏ ਆ ਸਾਰਿਆਂ ਦਾ ਜਿਹੜਾ ਹੈਗਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜੇ ਲੀਗਲ ਉਹਨਾਂ ਨੂੰ ਰਿਹਾ ਕਰਾਉਣ ਦੀ ਖਾਤਰ ਉਹਨਾਂ ਨੂੰ ਲੜਾਈ ਲੜੀ ਜਾਊਗੀ। ਫਿਰ ਇਹ ਵੀ ਮੰਨਦੇ ਹੋ ਬਈ ਜਦੋਂ ਸਪੈਸੀਫਿਕ, ਚਲੋ ਪੱਤਰਕਾਰਾਂ ਨੇ ਤਾਂ ਸਵਾਲ ਕਰਨੀ ਹੈ, ਜਦੋਂ ਉਹਨਾਂ ਨੇ ਨਾਮ ਲੈ ਕੇ ਕਰ ਦਿੱਤਾ ਤਾਂ ਫਿਰ ਅਜਿਹੇ ਬਿਆਨਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਜਿਵੇਂ ਦੇਤਾ ਵੀ ਫਿਰ ਸਰਕਾਰ ਸੋਚੇ। ਇਹਦੇ ਨਾਲ ਤਾਂ ਨਿਰਾਸ਼ਤਾ ਹੀ ਹੁੰਦੀ ਹੈ ਜੀ, ਕਿਉਂਕਿ ਨੌਜਵਾਨ ਤਾਂ ਉਹਨਾਂ ਨਾਲ ਵੀ ਜੁੜੇ ਹੋਏ ਨੇ ਨਾ ਜੀ। ਵੇਖੋ ਜੀ, ਹੁਣ ਰਾਜੇਵਾਲ ਸਾਹਿਬ ਨੇ, ਮੈਂ ਤਾਂ ਤੁਹਾਡੇ ਤੋਂ ਪਤਾ ਲੱਗਿਆ, ਮੈਨੂੰ ਇਹ ਤੋਂ ਪਹਿਲਾਂ ਕੋਈ ਜਾਣਕਾਰੀ ਨਹੀਂ। ਜੇ ਬਿਆਨ ਦਿੱਤਾ ਤਾਂ ਵੈਸੇ ਉਹਦਾ ਮੈਨੂੰ ਤਾਂ ਵਧੀਆ ਜਵਾਬ ਤਾਂ ਉਹੀ ਦੇ ਸਕਦੇ ਆ ਵੀ ਉਹਨਾਂ ਨੇ ਇਹ ਬਿਆਨ ਕਿਉਂ ਦਿੱਤਾ। ਪਰ ਫੈਸਲਾ ਸਾਰਿਆਂ ਲਈ ਹੋਇਆ ਇਹ, ਹਾਂ, ਜਿਹੜਾ ਫੈਸਲਾ ਹੋਇਆ ਸਟੇਜ ਤੋਂ ਅਨਾਉਂਸ ਹੋਇਆ ਵੀ ਅਸੀਂ ਇੱਥੋਂ ਤੱਕ ਵੀ ਸਟੇਜ ਤੋਂ ਅਨਾਉਂਸ ਹੋਇਆ ਵੀ ਜਿਹੜੇ ਪਰਲੇ ਪਾਸੇ ਉਹ ਸਟੇਜ ਲੱਗੀ ਹੋਈ ਹੈ, ਉਹ ਸਟੇਜ 'ਤੇ ਜਿਹੜੀ ਹੈਗੇ ਆ, ਜੇ ਉੱਥੇ ਧਰਨੇ 'ਚ ਜਿਹੜੇ ਬੈਠੇ ਕਿਸਾਨ ਹੈ, ਮਾਈਆਂ ਨੇ, ਬੀਬੀਆਂ ਨੇ, ਉਹ ਵੀ ਸਾਡੇ ਹੈ, ਉਹਨਾਂ ਦੇ ਵੀ ਅਸੀਂ, ਜੇ ਕੋਈ ਉਹਨਾਂ 'ਤੇ ਅਟੈਕ ਹੁੰਦਾ ਉਹਨਾਂ ਦੀ ਅਸੀਂ ਰਾਖੀ ਕਰਾਂਗੇ ਅਸੀਂ। ਤੇ ਇਸ ਕਰਕੇ ਉਹਦੇ ਜਿਹੜਾ ਸਟੇਜ ਤੋਂ ਬੋਲਿਆ ਗਿਆ ਉੱਥੇ ਇਹੀ ਬੋਲਿਆ ਗਿਆ, ਸ਼ਾਇਦ ਮੀਡੀਆ ਵਿੱਚ ਵੀ ਆਇਆ ਹੋਵੇ ਵੀ ਅਸੀਂ ਜਿਹੜਾ ਸਾਡਾ ਵਕੀਲਾਂ ਦੀ ਬਣਾਇਆ ਹੋਇਆ, ਜਿਹੜਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਵਕੀਲਾਂ ਦਾ ਜਿਹੜਾ ਸੈੱਲ ਬਣਾਇਆ ਹੋਇਆ, ਉਹ ਸਾਰਿਆਂ ਦੇ ਕੇਸ ਆਪਣਾ ਜਿਹੜੇ ਵੀ ਗ੍ਰਿਫਤਾਰ ਕੀਤੇ ਆ, 26 ਨੂੰ ਕੀਤੇ ਆ ਜਾਂ 29 ਨੂੰ ਜਿੱਦਾਂ ਇੱਥੇ ਅਟੈਕ ਕੀਤਾ ਉਹਨਾਂ ਨੇ ਆਪਣੇ BJP ਦੇ ਬੰਦਿਆਂ ਨੇ ਤੇ ਪੁਲਿਸ ਨੇ ਰਲ ਕੇ, ਉਹ ਜਿਹੜੇ ਜਿੱਦਾਂ ਉਸ ਦਿਨ ਗ੍ਰਿਫਤਾਰ ਕੀਤੇ ਆ ਉਹਨਾਂ ਦੀ ਸਾਰਿਆਂ ਦੀ ਰਿਹਾਈ ਦੀ ਖਾਤਰ ਬਿਨਾਂ ਉਹਨਾਂ ਦਾ ਕੋਈ ਪੈਸਾ ਖਰਚ ਕਰਾਏ ਉਹਨਾਂ ਦਾ ਕੇਸ ਲੜਿਆ ਜਾਊਗਾ। ਉੱਥੇ ਕੋਈ ਨਹੀਂ ਉੱਦਾਂ ਵਖਰੇਵਾਂ ਕੀਤਾ ਵੀ ਆਹ 2 ਜਣਿਆਂ ਨੂੰ ਛੱਡ ਕੇ ਬਾਕੀਆਂ ਦਾ ਕੇਸ ਲੜਿਆ ਜਾਊਗਾ, ਉੱਥੇ ਸਮੁੱਚਿਆਂ ਦਾ ਹੀ ਸੀਗਾ।
ਦੇਸ਼ ਭਰ 'ਚ ਮਹਾਪੰਚਾਇਤਾਂ ਹੋ ਰਹੀਆਂ, ਉਹਨੂੰ ਕਿਵੇਂ ਵੇਖ ਰਹੇ ਹੋ? ਬਹੁਤ ਸਾਰੇ ਲੋਕ ਤਾਂ ਇਹ ਵੀ ਕਹਿੰਦੇ ਵੀ ਹੁਣ ਜਦੋਂ ਸਾਰੇ ਤਾਂ ਅੰਦੋਲਨ ਤੇ ਆਏ ਹੋਏ ਨੇ ਲੋਕ, ਫਿਰ ਮਹਾਪੰਚਾਇਤਾਂ ਦੀ ਕੀ ਲੋੜ ਹੈ? ਲੋੜ ਕੀ ਹੈ ਤੇ ਦੇਖ ਕਿਵੇਂ ਰਹੇ ਹੋ? ਵੇਖੋ ਜੀ, ਜੇ ਮਹਾਪੰਚਾਇਤਾਂ ਨਾਲ ਪ੍ਰਚਾਰ ਦੇ ਇਹਦਾ ਸਾਧਨ ਦੇ ਤੌਰ ਤੇ ਮਹਾਪੰਚਾਇਤਾਂ ਹੁੰਦੀਆਂ ਨੇ ਜੀ ਜੀ, ਕਿਸਾਨਾਂ ਨੂੰ ਅਸੀਂ ਕਹਿੰਦੇ ਆ ਵੀ ਉਹਨਾਂ ਨੂੰ ਜਗਾਉਣ ਦੀ ਖਾਤਰ, ਭਾਵੇਂ ਠੀਕ ਆ ਜਿਹੜਾ ਇਹ 2.5 ਮਹੀਨੇ ਇੱਥੇ ਚੱਲਿਆ ਇਹਦੇ ਨਾਲ ਵੀ ਪ੍ਰਚਾਰ ਹੋਇਆ, ਪਰ ਅਸੀਂ ਸਮਝਦੇ ਹਾਂ ਵੀ ਜਿੰਨਾ ਸਰਕਾਰ ਦਾ ਪ੍ਰਚਾਰ ਹੈ, ਸਰਕਾਰ ਬੀਜੇਪੀ ਦਾ ਜਿਹੜੇ ਮੀਡੀਆ ਸੈੱਲ ਹੈ ਉਹਦੇ ਕੋਲੇ IT ਸੈੱਲ ਹੈ, ਉਹਨਾਂ ਕੋਲੇ ਸਾਰਾ ਆਹ ਪ੍ਰੈਸ ਦੇ ਵਿੱਚ ਉਹਨਾਂ ਦਾ ਹੈਗਾ, ਵੱਡੇ ਵੱਡੇ ਇਸ਼ਤਿਹਾਰ ਲਾ ਕੇ ਪ੍ਰਚਾਰ ਕਰ ਰਹੇ ਇਹਦੇ ਉਲਟ ਵੀ ਇਹ ਐਵੇਂ ਅੜੇ ਹੋਏ ਨੇ। ਇਹਦੇ ਮੁਕਾਬਲੇ ਸਾਡਾ ਪ੍ਰਚਾਰ ਅਜੇ ਵੀ ਥੋੜ੍ਹਾ ਹੈ ਵੀ ਜੇ ਇਹ ਜਿਹੜੀਆਂ ਮਹਾਪੰਚਾਇਤਾਂ, ਕਿਸਾਨ ਮਹਾਪੰਚਾਇਤਾਂ ਹੈਗੀਆਂ, ਇਹ ਪ੍ਰਚਾਰ ਪੱਖੋਂ, ਲਾਮਬੰਦੀ ਪੱਖੋਂ ਤਾਂ ਸਾਨੂੰ ਲੱਗਦਾ ਵੀ ਇਹ ਜਿੱਥੇ ਪ੍ਰਚਾਰ ਹੋਊਗਾ ਉੱਥੇ ਲਾਮਬੰਦੀ ਵਧੂਗੀ ਤੇ ਸਾਡੇ ਮੋਰਚੇ ਨੂੰ ਮਜ਼ਬੂਤੀ ਮਿਲੂਗੀ। ਤੇ ਇਸ ਐਂਗਲ ਆੜ 'ਚ ਕੋਈ ਸਿਆਸੀ ਲਾਹਾ ਨਾ ਲੈ ਜੇ ਵਿੱਚੋਂ ਕੋਈ ਆਗੂ ਜੀ, ਜੇ ਕੋਈ ਇਹਨਾਂ ਦੀ ਆੜ 'ਚ ਸਿਆਸੀ ਲਾਹਾ ਲਊਗਾ, ਜਦੋਂ ਲਊਗਾ ਪਤਾ ਲੱਗ ਜੂਗਾ ਕਿਸਾਨ ਉਹਨੂੰ ਕਿਉਂ ਉਹਨੂੰ ਇਹਦਾ ਮਤਲਬ ਸਿਆਸੀ ਲਾਹਾ ਲੈਣ ਦੇਣਗੇ। ਉਹ ਸਾਨੂੰ ਨਹੀਂ ਲੱਗਦਾ ਵੀ ਕਿਸਾਨ ਕਿਸੇ ਨੂੰ ਇਹਦੇ ਵਿੱਚੋਂ ਸਿਆਸੀ ਲਾਹਾ ਲੈਣ ਦੇਣਗੇ। ਜੇ ਕੋਈ ਲਊਗਾ ਸਾਹਮਣੇ ਆ ਜਾਊਗਾ, ਪਤਾ ਲੱਗ ਜੂਗਾ, ਉਦੋਂ ਫਤਿਹ ਹੋ ਜੂਗੀ ਜੀ। ਹੁਣ ਫਿਰ ਬਿਲਕੁਲ ਸਾਨੂੰ 100% ਉਮੀਦ ਹੈ ਬਈ ਜਿਹੜਾ ਹੈਗਾ, ਵੇਖੋ ਹੁਣ ਕੱਲ ਇੱਕ ਜਿਹੜਾ ਵਕੀਲ ਆਊਗਾ, ਵਕੀਲ ਆ ਸੁਪਰੀਮ ਕੋਰਟ ਦਾ ਪ੍ਰਸ਼ਾਂਤ ਭੂਸ਼ਣ ਜੀ, ਉਹਨੇ ਕਿਹਾ ਵੀ 3 ਸਾਲ ਲਈ ਵੀ ਇਹ ਜਿਹੜਾ ਸਸਪੈਂਡ ਦੀ ਸੰਭਾਵਨਾ ਹੈਗੀ ਹੈ ਤੇ ਵੀ ਕਿਸਾਨਾਂ ਨੂੰ ਹੁਣ ਮੰਨ ਲੈਣਾ ਚਾਹੀਦਾ। ਕਹਿਣ ਦਾ ਭਾਵ ਪਹਿਲਾਂ 1.5 ਸਾਲ ਲਈ ਸੀਗਾ, ਫਿਰ ਹੁਣ 3 ਤੇ ਐਵੇਂ ਨਹੀਂ ਮੇਰਾ ਖਦਾ ਉਹਨੇ ਬਿਆਨ ਦਿੱਤਾ। ਉਹਨੂੰ ਕਿਸੇ ਨਾ ਕਿਸੇ ਪਾਸੇ ਉਹਨਾਂ ਨੂੰ ਇੰਡੀਕੇਸ਼ਨ ਹੈਗੀ ਹੈ ਕੋਈ ਵੀ ਜੇ ਸਰਕਾਰ ਇਹ ਕਿਸਾਨ ਸਸਪੈਂਡ ਤੇ ਮੰਨ ਜਾਣ ਤਾਂ ਅਸੀਂ 3 ਸਾਲ ਲਈ ਵੀ ਕਰਨ ਨੂੰ ਤਿਆਰ ਹਾਂ। ਇਸ ਕਰਕੇ ਤਾਂ ਪ੍ਰੈਸ਼ਰ ਤਾਂ ਹੈਗੀ ਹੈ। ਸਾਨੂੰ ਇਹ ਲੱਗਦਾ ਵੀ ਹੁਣ ਜਿਹੜਾ ਹੈਗਾ ਜਿੰਨਾ ਚਾਰ ਚੁਫੇਰਿਓਂ ਘਿਰੀ ਹੋਈ ਹੈ, ਜਿੰਨਾ ਪ੍ਰੈਸ਼ਰ ਹੈਗਾ ਤੇ ਕਿਸਾਨਾਂ ਦਾ ਇਰਾਦੇ ਨਾਲ ਬੈਠੇ ਆ, ਕੋਈ ਕਾਹਲੀ ਨਹੀਂ। ਉਹ ਤਾਂ ਹੁਣ ਸਾਨੂੰ ਤਾਂ ਕੱਲ ਦੱਸਿਆ ਵੀ ਯਾਰ ਕਿਸਾਨਾਂ ਨੇ ਇਹ ਵੀ ਕਰ ਲਿਆ ਵੀ ਜੇ ਹਾੜੀ ਵੇਲੇ ਇੱਕ ਵਾਰੀ ਗਿਣਤੀ ਘਟਦੀ ਹੈ, ਕੋਈ ਨਹੀਂ ਆਪਾਂ ਹਾੜੀ ਵੀ ਆਪਣਾ ਇੱਕ ਦੂਜੇ ਨਾਲ ਸਾਰਾ ਪਿੰਡ ਇਕੱਠਾ ਹੋ ਕੇ ਰਲ ਕੇ ਵੱਢ ਲਾਂਗੇ ਆਪਾਂ, ਤੇ ਆਪਾਂ ਉਹਦੇ ਵਿੱਚ ਜਿਹੜੇ ਧਰਨੇ ਦੇ ਵਿੱਚ ਨਹੀਂ ਆਪਾਂ ਕਮੀ ਆਉਣ ਦੇਣੀ। ਜਿੰਨੀ ਕਿਸੇ ਪਿੰਡ ਦੀ ਨਫ਼ਰਤ ਹੈਗੀ ਹੈ ਉਨੀ ਲਗਾਤਾਰ ਉੱਥੇ ਰਹੂਗੀ। ਸੋ ਇਸ ਕਰਕੇ ਜਿਹੜੇ ਇਰਾਦੇ ਲੱਗਦੇ ਨੇ ਤੇ ਜਿੰਨਾ ਪ੍ਰਚਾਰ ਹੋ ਗਿਆ, ਜਿੰਨੀ ਮੰਗ ਜਾਇਜ਼ ਹੈ, ਜਿੰਨੀ ਦੁਨੀਆ ਪੱਧਰ ਦੀ ਸਪੋਰਟ ਮਿਲ ਗਈ, ਸਾਨੂੰ ਤਾਂ ਇਹ ਹੈਗਾ ਵੀ ਇਹ ਜਿੱਤ ਤਾਂ ਹੋ ਚੁੱਕੀ ਹੈ, ਸਿਰਫ ਐਲਾਨ ਕਰਨ ਵਾਲਾ ਬਾਕੀ ਹੈ ਜੀ। ਬਾਕੀ ਹੈ। ਪਰ ਗੁਰਨਾਮ ਸਿੰਘ ਚੜੂਨੀ ਨੇ ਇਹ ਵੀ ਗੱਲ ਕਹੀ ਹੈ, ਗੱਲ ਕਹਿੰਦੇ ਉਹ ਕਹਿੰਦੇ MSP ਦੀ ਗਰੰਟੀ ਦਾ ਕਾਨੂੰਨ ਲਿਆ ਵੇ, ਫਿਰ ਸੋਧਾਂ ਬਾਕੀ ਚੀਜ਼ ਕਾਨੂੰਨਾਂ ਦੇ ਵਿੱਚ ਸੋਧਾਂ ਬਾਰੇ ਸੋਚ ਲਾਂਗੇ। ਹੈ ਕੁਝ ਅਜਿਹਾ? ਹਾਂ ਵੇਖੋ, ਉਹ ਬਿਆਨ ਪੜ੍ਹਿਆ ਮੈਂ ਤੜਕੇ ਮੈਨੂੰ ਮਿਲੇ ਵੀ ਹੈ, ਪੁੱਛਿਆ ਵੀ ਹੈ। ਮੈਂ ਕਿਹਾ, ਉਹ ਕਹਿੰਦਾ ਵੀ ਮੈਂ ਕੋਈ ਐ ਥੋੜਾ ਕਹਿੰਦਾ ਵੀ ਅਸੀਂ ਸੋਧਾ ਮੰਨ ਲਾਂਗੇ, ਸੋਚ ਲਾਂਗੇ। ਸੋਧਾਂ ਬਾਰੇ ਵਿਚਾਰਿਆ ਜਾ ਸਕਦਾ। ਵਿਚਾਰਨਾ ਮਤਲਬ ਕਿ ਇੱਕ ਤਾਂ ਕਿਉਂਕਿ ਹੁਣ ਤੱਕ ਤਾਂ ਜੀ ਸਿੱਧਾ ਕਹਿੰਦੇ ਆਏ ਨਾ ਵੀ ਕੋਈ ਨਹੀਂ ਵਿਚਾਰਾਂਗੇ, ਨਾ ਸਾਨੂੰ ਮਨਜ਼ੂਰ ਹੈ, ਅਸੀਂ ਤਾਂ ਕਾਨੂੰਨ ਵਾਪਸ ਹੋਣਗੇ। ਪਰ ਵਿਚਾਰਨਾ ਕਿਤੇ ਨਾ ਕਿਤੇ ਸਰਕਾਰ ਨੂੰ ਇੱਕ ਉਹ ਤਾਂ ਦਿੱਤਾ ਜਾ ਰਿਹਾ ਨਾ ਕਲੂ ਵੀ ਤੁਸੀਂ ਯਾਰ MSP ਦਾ ਤਾਂ ਕਾਨੂੰਨ ਲਿਆਓ, ਫਿਰ ਅਸੀਂ ਦੇਖ ਲੈਂਦੇ ਹਾਂ। ਨਹੀਂ, ਸਾਡੇ ਹਿਸਾਬ ਨਾਲ ਤਾਂ ਇਹ ਹੈਗਾ ਵੀ ਵਿਚਾਰੇ ਤਾਂ ਪਹਿਲਾਂ ਵੀ ਹੈਗਾ, ਜਦੋਂ ਉਹਨਾਂ ਨੇ ਸਾਨੂੰ ਸੋਧਾਂ ਵਾਲਾ ਦਿੱਤੀ ਹੈ ਪ੍ਰਪੋਜ਼ਲ, ਸਭ ਤੋਂ ਪਹਿਲਾਂ ਜਿਹੜਾ ਹੈਗਾ ਨਾ ਸਸਪੈਂਡ ਕਰਨ ਵਾਲੇ ਤਾਂ ਬਾਅਦ ਚ ਆਇਆ। 8 ਦਸੰਬਰ ਨੂੰ ਜਦੋਂ ਅਮਿਤ ਸ਼ਾਹ ਨਾਲ ਮੀਟਿੰਗ ਹੋਈ ਹੈ, ਉਸ ਦਿਨ ਉਹਨਾਂ ਨੇ ਜਿਹੜੀਆਂ 7 ਸੋਧਾਂ ਹੈ ਉਹ ਪੇਸ਼ ਕਰਤੀਆਂ ਸੀਗੀਆਂ। ਉਹ ਵਿਚਾਰੀਆਂ ਤਾਂ ਅਸੀਂ ਉਹ ਵੀ ਹੈਗੀਆਂ, ਚਲੋ ਠੀਕ ਹੈ, ਵਿਚਾਰ ਕੇ ਅਸੀਂ ਰੱਦ ਕਰਤੀਆਂ। ਇਵੇਂ ਵੀ ਜੇ ਹੁਣ ਵੀ ਕੋਈ ਕਹਿੰਦਾ ਵੀ ਦੁਬਾਰੇ ਵੀ ਵਿਚਾਰ ਲਾਂਗੇ ਸੋਧਾਂ ਨਾਲ, ਪਰ ਉਹਦਾ ਮਤਲਬ ਇਹ ਨਹੀਂ ਵੀ ਸੋਧਾਂ ਨਾਲ ਵਿਚਾਰਨ ਦੇ ਨਾਲ ਹੀ ਮੰਨਿਆ ਗਿਆ। ਦੁਬਾਰੇ ਉਹ ਰੱਦ ਵੀ ਹੋ, ਜਦੋਂ ਵਿਚਾਰ ਕੇ ਜਿਵੇਂ 8 ਦਸੰਬਰ ਨੂੰ ਰੱਦ ਹੋ ਗਈਆਂ, ਹੁਣ ਵੀ ਰੱਦ ਹੋ ਸਕਦੀਆਂ ਨੇ। ਹਾਂ, ਜੇ ਉਹ ਐਂ ਕਿਹਾ ਹੁੰਦਾ ਵੀ ਸੋਧਾਂ ਮੰਨ ਲਾਂਗੇ ਅਸੀਂ, ਜੇ MSP, ਫਿਰ ਉਹਦਾ ਅਰਥ ਹੋਰ ਹੈ ਵੀ ਵਿਚਾਰ ਲਾਂਗੇ। ਮੇਰਾ ਖਿਆਲ ਹੈ ਇਹਦੇ ਨਾਲ ਇਹ ਗੱਲ ਨਹੀਂ, ਮਤਲਬ ਇਹ ਬਣ ਜੇ ਵੀ ਹਾਂ ਵੀ ਇਹ ਮੰਨ ਲਾਂਗੇ ਅਸੀਂ। ਬਿਲਕੁਲ ਜੀ। ਇਹ ਸਨ ਸੁਰਜੀਤ ਸਿੰਘ ਫੂਲ ਜੀ, ਜਿਹੜੇ ਲਗਾਤਾਰ ਇਸ ਅੰਦੋਲਨ ਦੇ ਵਿੱਚ ਡਟੇ ਹੋਏ ਨੇ, ਯੋਧਿਆਂ ਦੇ ਵਿੱਚ ਨਾਂ ਲਿਆ ਜਾਂਦਾ ਹੈ। ਫਿਲਹਾਲ ਸਸਪੈਂਡ ਜਿਹੜਾ ਹੈਗਾ ਹੁੰਦੇ ਨੇ ਜਾਂ ਕਿਸ ਤਰ੍ਹਾਂ ਹੁੰਦੀ ਹੈ ਉਹ ਗੱਲਬਾਤ, ਉਹ ਅੰਦਰੂਨੀ ਰਹਿਣੀ ਚਾਹੀਦੀ ਸੀ। ਇਹਨਾਂ ਦਾ ਇੱਕ ਉਲਾਂਭਾ ਵੀ ਹੈ ਵੀ ਕਿਉਂ ਬਾਹਰ ਕੀਤਾ ਗਿਆ ਉਸ ਚੀਜ਼ ਨੂੰ, ਕਿਉਂ ਅਖਬਾਰਾਂ ਦੇ ਵਿੱਚ ਛਪੀ ਆ ਉਹ ਚੀਜ਼, ਕਿੱਥੋਂ ਆਈ ਹੈ। ਤਾਂ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੋਣਾ ਚਾਹੀਦਾ। ਜਦੋਂ ਇੱਕ ਬੰਦੇ ਨੂੰ ਤੁਸੀਂ ਪੱਤਰਕਾਰਾਂ ਨੂੰ ਕਹਿ ਦਿੰਦੇ ਹੋ ਅਜਿਹੇ ਸਵਾਲ ਕਰਕੇ ਅੰਦੋਲਨ ਨੂੰ ਗਲਤ ਪਾਸੇ ਨਾਲ ਲਿਜਾਓ, ਤਾਂ ਫਿਰ ਅਸੀਂ ਵੀ ਕਹਿੰਦੇ ਹਾਂ ਵੀ ਫਿਰ ਆਪਣੇ ਬੰਦਿਆਂ 'ਤੇ ਤਾਂ ਤੁਸੀਂ ਸ਼ੱਕ ਕਰਦੇ ਹੋ, ਅਸੀਂ ਤਾਂ ਨਹੀਂ ਕੀਤਾ। ਤਾਂ ਸ਼ੱਕ ਦੇ ਆਧਾਰ 'ਤੇ ਹੀ, ਕਿਉਂਕਿ ਬਹਾਲੀ ਹੋਣੀ ਤਾਂ ਕਿਤੇ ਨਾ ਕਿਤੇ ਗਲਤ ਇਲਜ਼ਾਮ ਲਗਾ ਕੇ ਬੰਦੇ ਨੂੰ ਬਾਹਰ ਕੱਢਣਾ, ਜੇ ਇਲਜ਼ਾਮ ਸਹੀ ਹੁੰਦੇ ਤਾਂ ਬਾਹਰ ਹੀ ਰਹਿਣ ਦਿੰਦੇ। ਸੋ ਉਹ ਸਵਾਲ ਵੀ ਜਿਹੜੇ ਹੈਗੇ ਨੇ, ਬਹੁਤ ਕੁਝ ਸਵਾਲ ਮੰਗਦੇ ਨੇ, ਬਹੁਤ ਗੱਲਾਂ ਜਿਹੜੀਆਂ ਹੈਗੀਆਂ
ਉਹ ਅੰਦੋਲਨ 'ਚ ਕੀਤੀਆਂ ਜਾ ਸਕਦੀਆਂ, ਪਰ ਹਰ ਕੋਈ ਕਹਿੰਦਾ ਵੀ ਇਸ ਅੰਦੋਲਨ ਨੂੰ ਜਿੱਤ ਲਈਏ ਤੇ ਇੱਕ ਇਹਦੇ ਵਿੱਚ ਜੇ ਰਹਾਂਗੇ ਇਕਜੁੱਟ ਹੋ ਕੇ, ਸੱਚਮੁੱਚ ਉੱਪਰੋਂ ਗੱਲਾਂ ਕਰਕੇ ਨਹੀਂ, ਅੰਦਰੋਂ ਵੀ ਇਕਜੁੱਟ ਹੋ ਕੇ ਜੇ ਲੜਾਂਗੇ ਤਾਂ ਹੀ ਜਿੱਤਾਂਗੇ। ਸਤਨਾਮ ਸਿੰਘ ਤੇ ਮਨਵਿੰਦਰ ਸਿੰਘ ਟਵਾਣਾ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ।